पावन पवित्र कल्याणकारी सतगुरां दा इतिहास। गुरु जस सरवण कर लाहा प्राप्त करना करिए जी। सो पिछले दीवाना अंदर आप गुरसिख संगतां प्रसंग सरवण कीता कि कलगीधर पातशाह सतगुरु जी श्री पौंटा साहिब निवास कर रहे हैं। गुरु दर्शनां दी अभिलाखा लैके सडौरे नगर तो पीर बुद्धू शाह आया। कुछ दिन गुरां दी हजूरी विच रह दर्शन दीदार कर गुरां दे कोलों आत्मा स्वरूप दा ज्ञान उपदेश प्राप्त करके कुछ दिन गुरां दी हजूरी विच रहन उपरंत फिर अपने नगर नूं विदा हो गया। ये प्रसंग श्रवण कीता सी कल ते नाल ही श्री गुरप्रताप सूरज ग्रंथ दी जो पहली रुत चल रही सी उहदी संपूर्णता होई सी। सो अगों दूसरी रुत की प्रारंभता हो रही है। मनोबिरतियां नूं एकाग्र करदियां होया पावन पवित्र कल्याणकारी गुर इतिहास गुरु जस सरवण कर लाहा प्राप्त करना करिए जी। सतनाम श्री वाहिगुरु साहिब जीओ। एक ओंकार सतगुर प्रसाद। एक ओंकार ये वस्तु निर्देशक मंगल है। दूसरी रुत नूं प्रारंभ करन तो पहला कवि जी अपने इष्ट गुरु धन गुरु नानक देव जी ते धन गुरु गोबिंद सिंह साहिब जी तिन्हां वालों उचारण कीते होए जो प्रमुख मंगल हन वस्तु निर्देशक उन्हां दा इत्थे संखेप रूप वर्णन करके अगों फिर अपने वल्लों मंगल करनगे। सो गुरु नानक देव जी वालों उचारण किया होया ये वस्तु निर्देशक मंगल एक ओंकार एक नाम जो अद्वितीय है। एक भाव जो एक है जिहदे वर्गा दूजा ना सजाती भेद करके ना विजाती ना स्वैगत भेद करके ही है। सो ऐसा जो लसानी है वो एक है ते अद्वितीय कहलवाउंदा है। सो जो एक है वो ओंकार स्वरूप कहिए सर्वदा प्रकाशक है। सारियां नूं रचन वाला है घड़न वाला है बनाउण वाला है अते उचारणे मात्र से ही जो रखिया करन वाला है। सो ऐसा जो ओंकार स्वरूप है वो सत्य सत्य नाम त्रय काल आबाद दा है। वो तिन्हां समयां विच है। उहदे बिना ये सारा पसारा केवल वर्तमान विच ही दिखाई दे रहा है। ना भूत विच सी ना भविख विच होवेगा पर वो तिन्हां समयां विच है। पहलों भी सी हुण भी है ते अगे नूं भी होवेगा। सो जो त्रय काल आबाद कहिए सत्य स्वरूप है। सो जो वो सत्य है वो नाम गुर सत गुर गुर नाम चेतन दा है। वो चेतन स्वरूप है।
ਆਪਣੀ ਚੇਤਨ ਸਫੁਰਤੀ ਦੇ ਨਾਲ ਇਹ ਸਾਰੇ ਰਚੇ ਹੋਏ ਪਸਾਰੇ ਨੂੰ ਚਲਾਉਣ ਵਾਲਾ ਹੈ, ਜੋ ਆਪਣੇ ਆਪ ਨੂੰ ਵੀ ਜਾਣਦਾ ਹੈ, ਦੂਜੇ ਨੂੰ ਵੀ ਜਾਣਦਾ ਹੈ। ਉਹਦੇ ਬਿਨਾਂ ਸਭ ਜੜ ਵਸਤੂ ਹੈ, ਜਿਸ ਨੂੰ ਨਾ ਆਪਣਾ ਬੋਧ ਹੈ ਨਾ ਦੂਜੇ ਦਾ ਬੋਧ ਹੈ। ਸੋ ਜਾਣਨ ਵਾਲਾ ਜੋ ਹੈ ਉਹਨੂੰ ਚੇਤਨ ਕਿਹਾ ਜਾਂਦਾ ਹੈ, ਜੋ ਆਪਣੇ ਆਪ ਨੂੰ ਵੀ ਜਾਣਦਾ ਹੈ, ਦੂਜੇ ਨੂੰ ਵੀ ਜਾਣਦਾ ਹੈ। ਗੁਰ ਨਾਮ ਚੇਤਨ ਹੈ, ਪ੍ਰਸਾਦ ਕਹੀਓ ਆਨੰਦ ਸਰੂਪ ਹੈ। ਆਨੰਦ ਕਹੀਏ ਜਿਹਦੇ ਵਿੱਚ ਲੇਸ਼ ਮਾਤਰ ਕੋਈ ਦੁੱਖ ਨਹੀਂ ਹੈ। ਇਹ ਜਿਹੜੀ ਸ਼ੋਕਾਕੁਲਤਾ, ਵਿਆਕੁਲਤਾ, ਰੋਗਾਕੁਲਤਾ ਆਦਿ ਇਹ ਜਿਹੜੇ ਦੁੱਖ ਹਨਗੇ ਨਾ, ਇਹ ਉਹਦੇ ਵਿੱਚ ਨਹੀਂ ਹਨਗੇ। ਉਹ ਕੇਵਲ ਪਰਮ ਆਨੰਦ ਸਰੂਪ ਹੀ ਹੈ। ਦੁੱਖ ਨਹੀਂ, ਸਭ ਸੁਖ ਹੀ ਹੈ ਰੇ। ਉਹ ਸੁਖ ਸਰੂਪ ਹੈ, ਆਨੰਦ ਸਰੂਪ ਹੈ। ਐਸਾ ਜੋ ਸਤ ਚਿਤ ਆਨੰਦ ਸਰੂਪ ਹੈ, ਉਹ ਇੱਕ ਹੈ। ਉਹ ਜੋ ਇੱਕ ਹੈ ਉਹ ਓੰਕਾਰ ਸਰੂਪ ਹੈ, ਭਾਵ ਸਰਬ ਦਾ ਪ੍ਰਕਾਸ਼ਕ ਸਰੂਪ ਹੈ। ਉਹੀ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਗਿਆਸੂ ਸਵਾਲ ਕਰਦਾ ਜੀ, ਉਹ ਜੋ ਸਤ ਚਿਤ ਆਨੰਦ ਸਰੂਪ ਅਦੁੱਤੀ ਹੈ, ਓੰਕਾਰ, ਉਹਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਕਹਿੰਦੇ ਸਤਿਗੁਰ ਪ੍ਰਸਾਦ ਹੈ ਭਾਈ। ਗੁਰੂ ਦੀ ਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੋ ਸਕਦੀ, ਬਿਨਾਂ ਗੁਰੂ ਕਿਰਪਾ ਤੋਂ ਨਹੀਂ। ਤੇ ਗੁਰੂ ਕਿਰਪਾ ਪ੍ਰਾਪਤ ਹੋਵੇਗੀ ਗੁਰੂ ਹੁਕਮ ਮੰਨ ਕੇ, ਗੁਰੂ ਸੇਵਾ ਕਮਾ ਕੇ। ਜਿਹੜਾ ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈਐ, ਉਹ ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ। ਗੁਰੂ ਦੀ ਕਿਰਪਾ ਦੇ ਨਾਲ ਉਸ ਅਦੁੱਤੀ ਓੰਕਾਰ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਸੋ ਗੁਰੂ ਨਾਨਕ ਦੇਵ ਜੀ ਵੱਲੋਂ ਵਸਤੂ ਨਿਰਦੇਸ਼ਕ ਮੰਗਲ ਉਚਾਰਨ ਕਰਨ ਉਪਰੰਤ ਕਲਗੀਆਂ ਵਾਲੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਵੱਲੋਂ ਜੋ ਆਪਣੀ ਦਸਮ ਬਾਣੀ, ਦਸਮ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸਤਿਗੁਰਾਂ ਨੇ ਸਿਰਲੇਖ ਵਰਤਿਆ ਹੈ, ਉਹ ਕਵੀ ਜੀ ਇੱਥੇ ਲਿਖਦੇ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਜੋ ਸ਼੍ਰੋਮਣੀ ਹੈ, ਸ੍ਰੀ ਜੋ ਸ਼ੋਭਾ ਸੰਯੁਗਤ ਹੈ, ਸ਼੍ਰੀ ਜੋ ਮਾਇਆਪਤੀ ਪਰਮੇਸ਼ਰ ਹੈ, ਉਹ ਵਾਹਿਗੁਰੂ ਹੈ। ਵਾਹਿ ਨਾਮ ਉਹ ਅਸਚਰਜ ਹੈ, ਤੇ ਗੁਰੂ ਨਾਮ ਜੋ ਚੇਤਨ ਹੈ, ਅਥਵਾ ਗੁਰੂ ਨਾਮ ਜੋ ਗੋ ਨਾਮ ਅਗਿਆਨ ਦੇ ਹਨੇਰੇ ਦਾ ਹੈ, ਤੇ ਰੂ ਨਾਮ ਪ੍ਰਕਾਸ਼ ਦਾ ਹੈ। ਜੋ ਅਗਿਆਨ ਦੇ ਹਨੇਰੇ ਨੂੰ ਨਿਗਲ ਜਾਵੇ, ਜੋ ਗ੍ਰੀ ਧੰਤੂ ਤੋਂ ਬਣਿਆ, ਗ੍ਰੀ ਨਾਮ ਨਿਗਲਣ ਦਾ ਹੁੰਦਾ ਹੈ। ਗ੍ਰੀ ਧੰਤੂ ਤੋਂ ਬਣਿਆ ਹੋਇਆ ਇਹ ਸ਼ਬਦ ਗੁਰੂ ਪਦ ਹੈ, ਜੋ ਅਗਿਆਨ ਦੇ ਹਨੇਰੇ ਨੂੰ ਨਿਗਲ ਜਾਵੇ ਤੇ ਗਿਆਨ ਦਾ ਪ੍ਰਕਾਸ਼ ਕਰ ਦੇਵੇ, ਸੋ ਕਹੀਏ ਗੁਰੂ ਹੈ। ਸੋ ਵਾਹਿ ਨਾਮ ਅਸਚਰਜਤਾ ਦਾ ਹੈ। ਅਸਚਰਜ ਤੋਂ ਉੱਪਰ ਕੋਈ ਉਕਤੀ ਨਹੀਂ ਹੁੰਦੀ। ਜਿੱਥੇ ਜਾ ਕੇ ਸ਼ਬਦਾਂ ਦੀ ਸਮਾਪਤੀ ਹੋ ਜਾਂਦੀ ਹੈ, ਉੱਥੇ ਕਹਿ ਦਈਦਾ ਬੜੀ ਹੈਰਾਨੀ ਦੀ ਗੱਲ ਹੋ ਗਈ, ਬੜੀ ਅਸਚਰਜਤਾ ਦੀ ਗੱਲ ਹੋ ਗਈ। ਭਾਵ ਅਸਚਰਜ ਤੋਂ ਉੱਪਰ ਫਿਰ ਕੋਈ ਉਕਤੀ ਰਹੀ ਨਹੀਂ, ਕੋਈ ਸ਼ਬਦ ਵਰਤਨ ਨੂੰ ਰਹੇ ਨਹੀਂ। ਸੋ ਐਸਾ ਜੋ ਵਾਹੇ ਹੈ, ਅਸਚਰਜ ਹੈ, ਜਿਸ ਤੋਂ ਉੱਪਰ ਕੋਈ ਉਕਤੀ ਨਹੀਂ ਹੈ। ਜੋ ਅਸਚਰਜ ਮਹਾ ਬਿਸਮਾਵਤ ਤਾਹੇ ਕਹੋ ਮੁਖ ਵਾਹਿਗੁਰੂ। ਐਸਾ ਉਹ ਅਸਚਰਜ ਸਰੂਪ ਤੇ ਅਗਿਆਨ ਨੂੰ ਨਿਗਲ ਲੈਣ ਵਾਲਾ, ਗਿਆਨ ਦਾ ਪ੍ਰਕਾਸ਼ ਕਰ ਦੇਣ ਵਾਲਾ ਜੋ ਵਾਹਿਗੁਰੂ ਹੈ, ਉਸ ਵਾਹਿਗੁਰੂ ਜੀ
की उस वाहेगुरु जी दी, की नाम दीदा है, उस वाहेगुरु जी दी सदैव काल हमेशा ही फतह फतेह है, ते फतेह हमेशा उसे दी ही है। ये अज्ञानी जीव तथा ये जिहड़ा अलपग जीव है, यही सोचता है कि फलाने दी फतेह हो गई है, भाव जित हो गई, फतेह नाम जित, जां मेरी जित हो गई है। किसी भी कारज विच अल्प तो अल्प ते वड्डे तो वड्डे किसी भी कारज विच जीव सोचता है कि मेरी फतेह हुई है, अथवा जां दूजा जिहड़ा वो फतेह हासिल कर गया, जित गया। पर कलगियां वाले पातशाह कहते नहीं भाई, सदैव काल फतेह उस वाहेगुरु दी ही है। जीव ते काठ पुतली है, ये कुछ नहीं कर सकता। इस वास्ते जिस भी कारज विच जिसनों भी सफलता हासिल होंदी है, फतेह हासिल होंदी है, वो फतेह ना तो जीव दी अपनी है, ना अन्य किसी दी है, वो फतेह केवल अकाल पुरख दी है, उस वाहेगुरु दी ही है। तां ही कलगियां वाले पातशाह सतगुरां ने अपनी उम्मत नूं, अपने खालसा पंथ नूं जो परस्पर मिलन वेले आपस विच शब्द उचारण करने हन, वो इहो ही बख्शे हन कि वाहेगुरु जी का खालसा जिहड़ा रचिया है, असीं ये खालसा पंथ साडा नहीं है, ये तां अकाल पुरख दी फौज है। कि है ना कि खालसा अकाल पुरख की फौज, साडा नहीं है, अकाल पुरख दा। प्रगट्यो खालसा परमात्मा की मौज, वो परमात्मा दी मौज इच्छा नाल प्रगट होया। सो ये खालसा वाहेगुरु दा है, वाहेगुरु जी का खालसा। तो फिर अगों कहते कहते वाहेगुरु जी की फतेह, फतेह भी वाहेगुरु जी दी ही है। किन्ने पंथ ने वड्डे वड्डे जंग कीते, वड्डे वड्डे मोर्चे फतेह होए, तो कतई पंथ विच किसी ने नहीं कहा कि मेरी फतेह हुई है। बाबा बघेल सिंह वर्गियां ने दिल्ली ते जाके श्री निशान लहरा दिते, ते नहीं कहा कि फतेह साडी होई है, क्योंकि जीव की फतेह कदे हुंदी नहीं। फतेह हमेशा वाहेगुरु दी ही है, चाहे अल्प चाहे वड्डे कारज विच, जिथे भी जिस किसी नूं भी फतेह प्राप्त हो रही है ना, वो ओदी कृपा नाल हो रही है। इस वास्ते फतेह उस वाहेगुरु दी ही है। सो कवि संतोख सिंह जी कलगियां वाले पातशाह वालों उचारण किया है मंगल इत्थे रखदे लिखदे है, तो कहते हैं जो श्रोमणी है, जो असचरज है, जो अज्ञान नूं निगल के ज्ञान का प्रकाश कर देण वाला है, ओदी सदैव काल हमेशा हमेशा वास्ते फतेह नाम जित है उसदी। आथ दुती रुत बरनते, आथ नाम हुण, ये जिहड़ी दूसरी रुत है इसनूं वर्णन करते हाँ। कवि संतोख सिंह जी कथन करते कि हम दूजी रुत, क्योंकि ये ग्रंथ जो सूरज प्रकाश ग्रंथ कवि जी ने लिखिया है, पहला नानक प्रकाश है जो गुरु नानक देव जी का इतिहास है। 9 पातशाहियां का इतिहास सूरज प्रकाश विच लिखिया है, तो सूरज की न्याई ये सारे प्रकरण बनाए गए हैं। 12 रासां हैं सूरज दियाँ, 12 ही ग्रंथ दियाँ बनाइया हैं। 6 रुत्तां हैं, 6 ही रुत्तां बनाइया हैं। 2 ऐण होंदे सूरज दे, 2 ही इस दे ऐण बनाए हुए। सो वो जिहड़े ग्रंथ दे हिस्से बनाए हुए है,
ਉਹਨਾਂ ਵਿੱਚੋਂ ਕਵੀ ਜੀ ਕਹਿੰਦੇ ਪਹਿਲੀ ਰੁੱਤ ਜਿਹੜੀ ਸੀ, ਪਹਿਲਾ ਹਿੱਸਾ ਇਹ ਸਮਾਪਤ ਹੋਇਆ, ਪਹਿਲੀ ਰੁੱਤ ਸਮਾਪਤ ਹੋਈ ਹੈ ਤੇ ਹੁਣ ਦੁੱਤੀ ਰੁੱਤ ਵਰਣ ਤੇ ਦੂਸਰੀ ਰੁੱਤ ਜਿਹੜੀ ਉਹ ਵਰਣਨ ਕਰਦੇ ਹਾਂ। ਕਬੀਰ ਜਪ ਗੁਰੂ ਨਾਨਕ ਮੁਕੰਦ ਗੁਰੂ ਅੰਗਦ। ਹੁਣ ਕਵੀ ਜੀ ਆਪਣੇ ਵੱਲੋਂ ਆਪਣੇ ਇਸ਼ਟ ਗੁਰੂ, ਇਸ਼ਟ ਨਾਮ ਹੁੰਦਾ ਪਿਆਰਾ, ਜੋ ਸਰਬ ਪ੍ਰਿਯ ਹੈ, ਪਰਮ ਪ੍ਰਿਯ ਹੈ, ਉਸ ਦਾ ਮੰਗਲ ਕਵੀ ਜੀ ਕਰਦੇ। ਤੇ ਇਸ਼ਟ ਗੁਰੂ ਕਵੀ ਜੀ ਦੇ ਕਿਹੜੇ ਹਨ? ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ। ਸੋ ਕਵੀ ਜੀ ਦੇ ਇਸ਼ਟ ਗੁਰੂ ਗੁਰੂ ਨਾਨਕ ਦੇਵ ਜੀ ਹੈ, ਕਿਉਂਕਿ ਮੰਗਲ ਤੋਂ ਹੀ ਹਮੇਸ਼ਾ ਸਾਧ ਸੰਗਤ ਸਿੱਧ ਹੁੰਦਾ ਹੈ ਕਿ ਲਿਖਾਰੀ ਆਸਤਕ ਹੈ ਕਿ ਨਾਸਤਕ ਹੈ। ਇਸ ਕਵੀ ਦੀ ਜਿਹੜੀ ਉਹ ਆਸਤਾ ਵਾਲੀ ਭਾਵਨਾ ਹੈ ਕਿ ਜਾਂ ਇਹ ਨਾਸਤਕ ਹੀ ਹੈ। ਕਿਸੇ ਵੀ ਗ੍ਰੰਥ ਨੂੰ ਜਿਹੜੇ ਵਿਦਵਾਨ ਦਾਨਿਸ਼ਮੰਦ ਲੋਕ ਪੜ੍ਹਨ ਤੋਂ ਪਹਿਲੋਂ ਗ੍ਰੰਥ ਦਾ ਆਰੰਭ ਵੇਖਦੇ ਆ ਤੇ ਆਰੰਭ ਦੇ ਵਿੱਚ ਮੰਗਲ ਤੋਂ ਬੋਧ ਹੋ ਜਾਂਦਾ ਹੈ ਕਿ ਇਹ ਗ੍ਰੰਥ ਦਾ ਜੋ ਕਵੀ ਲਿਖਾਰੀ ਹੈ ਉਹਦੀ ਆਸਥਾ ਹੈ, ਉਹਦਾ ਹਿਰਦਾ ਸ਼ਰਧਾ ਸੰਯੁਕਤ ਹੈ ਜਾਂ ਉਹ ਨਾਸਤਕ ਹੈ। ਫਿਰ ਜੇ ਉਹ ਆਸਤਕ ਹੈ ਤੇ ਉਹਦੀ ਆਸਥਾ ਕਿਹਦੇ ਤੇ ਟਿਕੀ ਹੋਈ ਹੈ? ਕਿਸੇ ਦੇਵੀ ਦੇਵਤੇ ਤੇ ਟਿਕੀ ਹੋਈ ਹੈ ਜਾਂ ਕਿਸੇ ਪੀਰ ਫਕੀਰ ਤੇ ਟਿਕੀ ਹੋਈ ਹੈ ਜਾਂ ਕਿਸੇ ਅਨਿਆ ਦੇਹਧਾਰੀ ਤੇ ਟਿਕੀ ਹੋਈ ਹੈ। ਗ੍ਰੰਥ ਦੇ ਆਰੰਭ ਵਿੱਚ ਕੀਤੇ ਜਾ ਰਹੇ ਮੰਗਲ ਤੋਂ ਪਤਾ ਲੱਗਦਾ ਹੈ ਕਿ ਆਸਤਕ ਹੈ। ਨਾਸਤਕਾਂ ਦੇ ਗ੍ਰੰਥ ਦੇ ਆਰੰਭ ਵਿੱਚ ਮੰਗਲ ਨਹੀਂ ਹੁੰਦਾ ਤੇ ਆਸਤਕਾਂ ਦੇ ਗ੍ਰੰਥ ਦੇ ਮੰਗਲ ਵਿੱਚ ਆਰੰਭ ਵਿੱਚ ਜਿਹੜਾ ਮੰਗਲ ਹੁੰਦਾ, ਮੰਗਲ ਤੋਂ ਬੋਧ ਹੋ ਜਾਂਦਾ ਹੈ ਇਹਦੀ ਆਸਥਾ ਕਿਹਦੇ ਤੇ ਟਿਕੀ ਹੋਈ ਹੈ। ਸੋ ਕਵੀ ਜੀ ਜੋ ਪੂਰਨ ਗੁਰਸਿੱਖ ਹਨ, ਕਵੀ ਸੰਤੋਖ ਸਿੰਘ ਜੀ ਜੋ ਪੂਰਨ ਗੁਰਸਿੱਖ ਹਨ, ਜਿਨ੍ਹਾਂ ਦੁਆਰਾ ਇਹ ਆਰੰਭ ਵਿੱਚ ਕੀਤੇ ਜਾ ਰਹੇ ਮੰਗਲਾਂ ਤੋਂ ਬੋਧ ਹੁੰਦਾ ਹੈ। ਕਿਉਂ ਨਾਨਕ ਪ੍ਰਕਾਸ਼ ਪੜ੍ਹੀਏ ਉੱਥੇ ਵੀ ਆਰੰਭ ਵਿੱਚ ਗੁਰੂ ਸਾਹਿਬਾਂ ਦਾ ਮੰਗਲ ਲਿਖਦੇ। ਰਾਸਾਂ ਦੀ ਆਰੰਭਤਾ ਵਿੱਚ ਵੇਖੀਏ ਪ੍ਰਤੀਕ ਰਾਸ ਦੇ ਆਰੰਭ ਵਿੱਚ ਗੁਰੂ ਸਾਹਿਬਾਂ ਦਾ ਮੰਗਲ। ਰੁੱਤਾਂ ਵਿੱਚ ਹੁਣ ਦੂਜੀ ਰੁੱਤ ਵਿੱਚ ਵੀ ਜੇ ਮੰਗਲ ਕਰਨ ਲੱਗੇ ਤੇ ਇਸ਼ਟ ਗੁਰੂ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10 ਪਾਤਸ਼ਾਹੀਆਂ ਤੱਕ ਮੰਗਲ ਕਵੀ ਜੀ ਲਿਖਦੇ ਹਨ। ਸੋ ਐਸੀ ਆਸਥਾ ਹੈ ਗੁਰੂ ਸਾਹਿਬਾਂ ਪ੍ਰਤੀ ਤੇ ਪੂਰਨ ਗੁਰਸਿੱਖ ਹਨ ਕਵੀ ਸੰਤੋਖ ਸਿੰਘ ਜੀ ਤੇ ਬੇਨਤੀ ਕਰਦੇ ਹਨ ਜਪ ਗੁਰੂ ਨਾਨਕ ਮੁਕੰਦ ਗੁਰੂ ਅੰਗਦ। ਜੋ ਮੁਕੰਦ ਮੁਕਤੀ ਨੂੰ ਦੇਣ ਵਾਲੇ ਹਨ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਅਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਮੁਕਤੀ ਦਾਤੇ ਹਨ। ਅਮਰ ਗੁਰੂ ਰਾਮਦਾਸ ਆਨੰਦ ਬਿਲੰਦ ਮੈਂ। ਤੇ ਬਿਲੰਦ, ਬਿਲੰਦ ਨਾਮ ਵੱਡਾ, ਆਨੰਦ ਜੋ ਆਤਮਿਕ ਆਨੰਦ ਹੈ ਉਸ ਦੀਆਂ ਦਾਤਾਂ ਨੂੰ ਦੇਣ ਵਾਲੇ ਹਨ ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਅਤੇ ਧੰਨ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਸਾਹਿਬ ਜੀ। ਸਤਿਗੁਰੂ ਅਰਜਨ ਸ਼੍ਰੀ ਹਰਗੋਬਿੰਦ ਚੰਦ। ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਅਤੇ ਧੰਨ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਜੋ ਚੰਦਰਮਾ ਸਰੀਖੇ ਮੁਖਾਰਬਿੰਦ ਵਾਲੇ ਹਨ। ਗੁਰੂ ਹਰ ਰਾਏ ਬ੍ਰਿੰਦ ਬਿਗਨ ਨਿਕੰਦ ਮੈਂ। ਤੇ ਜੋ ਸਮੂਹ ਹੀ ਵਿਘਨਾਂ ਨੂੰ, ਜੋ ਪੈਣ ਵਾਲੀਆਂ ਰੁਕਾਵਟਾਂ ਹਨ, ਉਹਨਾਂ ਰੁਕਾਵਟਾਂ ਨੂੰ ਜੀਵਨ ਯਾਤਰਾ ਵਿੱਚ ਪੈਣ ਵਾਲੀਆਂ ਰੁਕਾਵਟਾਂ ਅਥਵਾ ਧਰਮ ਦੇ ਮਾਰਗ ਤੇ ਚੱਲਣ ਲੱਗਿਆਂ ਪੈਣ ਵਾਲੀਆਂ ਰੁਕਾਵਟਾਂ
ਜਾਂ ਫਿਰ ਵਿਵਹਾਰਕ ਤਲ ਤੇ ਪੈਣ ਵਾਲੀਆਂ ਰੁਕਾਵਟਾਂ ਅਥਵਾ ਕਵੀ ਜੀ ਆਪਣੇ ਵੱਲੋਂ ਬਿਨੈ ਕਰਦੇ। ਇਹ ਕਵਿਤਾ ਕਾਵਿ ਰੂਪ ਵਿੱਚ ਲਿਖਣ ਲੱਗੀਆਂ ਜੋ ਇਹ ਗ੍ਰੰਥ ਲਿਖਣ ਜਾ ਰਿਹਾ ਹਾਂ ਮੈਂ, ਇਸ ਗ੍ਰੰਥ ਦੇ ਲਿਖਤੀ ਵਿੱਚ ਪੈਣ ਵਾਲੀਆਂ ਰੁਕਾਵਟਾਂ, ਕਿਉਂਕਿ ਇਹ ਵੀ ਅਨੇਕ ਤਰ੍ਹਾਂ ਦੀਆਂ ਰੁਕਾਵਟਾਂ ਪੈ ਜਾਂਦੀਆਂ। ਕਈ ਦਫਾ ਜੈਸੇ ਸ਼ਾਹੀ ਮੁੱਕ ਜਾਣੀ, ਕਲਮ ਦੀ ਜਿਹੜੀ ਹੈ ਉਹ ਅੱਬੋਂ ਨਿੱਬੀ ਟੁੱਟ ਜਾਣੀ, ਜਾਂ ਕਲਮ ਸਹੀ ਮਿਲਣੀ ਨਾ, ਸ਼ਾਹੀ ਸਹੀ ਬਣਨੀ ਨਾ, ਕੋ ਕਾਗਜ਼ ਨਾ ਮਿਲ ਸਕਣਾ। ਜੇ ਇਤਿਆਦ ਸਭ ਕੁਝ ਹੈ ਤੇ ਸਰੀਰ ਬਿਮਾਰ ਹੋ ਜਾਣਾ। ਇਸੇ ਪ੍ਰਕਾਰ ਜਾਂ ਕੋਈ ਅਨਿਆ ਸੰਬੰਧੀ ਗਣਾਂ ਵਿੱਚ ਕੋਈ ਐਸਾ ਵਛਕ ਕਾਰਜ ਪੈ ਜਾਣਾ ਤੇ ਲਿਖਤ ਵਿੱਚ ਰੁਕਾਵਟ ਪੈ ਜਾਣੀ। ਇਤਿਆਦ ਲਿਖਤੀ ਵਿੱਚ ਰੁਕਾਵਟਾਂ ਪੈ ਜਾਂਦੀਆਂ। ਕਵੀ ਜੀ ਕਹਿੰਦੇ ਇਤਿਆਦ ਮੇਰੀ ਇਸ ਗ੍ਰੰਥ ਨੂੰ ਜੋ ਮੈਂ ਲਿਖਣ ਜਾ ਰਿਹਾ ਹਾਂ, ਇਹਦੇ ਵਿੱਚ ਪੈਣ ਵਾਲੇ ਸਮੂਹ ਵਿਘਨਾਂ ਨੂੰ ਨਿਕੰਦ ਕੱਟਣ ਵਾਲੇ ਹਨ। ਕੌਣ? ਗੁਰੂ ਹਰਿ ਰਾਏ। ਧੰਨ ਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਸਾਹਿਬ ਜੀ ਸਮੂਹ ਵਿਘਨਾਂ ਨੂੰ ਮਿਟਣ ਵਾਲੇ ਹੈ, ਕੱਟਣ ਵਾਲੇ ਹੈ। ਸ੍ਰੀ ਹਰਿ ਕ੍ਰਿਸ਼ਨ ਨਵਮ ਗੁਰ ਪਾਤਸ਼ਾਹ। ਤੇ ਧੰਨ ਗੁਰੂ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਜੀ, ਜਿਨ੍ਹਾਂ ਦੇ ਦਰਸ਼ਨ ਕਰਨ ਮਾਤਰ ਸੇ ਹੀ ਸਾਰੇ ਦੁੱਖ ਕੱਟੇ ਜਾਂਦੇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿਠੈ ਸਭ ਦੁੱਖ ਜਾਏ। ਤੇ ਧੰਨ ਗੁਰੂ ਤਿਆਗ ਵੈਰਾਗ ਦੀ ਮੂਰਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ। ਸ੍ਰੀ ਗੋਬਿੰਦ ਸਿੰਘ ਜੀ ਸਦੀਵ ਸੁਖ ਕੰਦ ਮੈਂ। ਤੇ ਜੋ ਹਮੇਸ਼ਾ ਹਮੇਸ਼ਾ ਵਾਸਤੇ ਸੁੱਖਾਂ ਦੇ ਕੰਦ ਹਨ, ਸੁੱਖਾਂ ਦੇ ਮੁੱਢ ਹਨ, ਸੁੱਖਾਂ ਦੇ ਮੂਲ ਹਨ। ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ। ਸਭ ਕੇ ਪਦਾਰ ਬਿੰਦ ਮਨ ਕੋ ਮਲਿੰਦ ਕਰ। ਸੋ ਸਾਰੇ ਭਾਵ 10 ਹੀ ਗੁਰੂ ਸਾਹਿਬਾਂ ਦੇ ਜੋ ਪਾਵਨ ਸ਼੍ਰੀ ਚਰਨ ਕਵਲ ਫੁੱਲਾਂ ਦੀ ਨਿਆਏ ਹਨ। ਸਤਿਗੁਰਾਂ ਦੇ ਚਰਨਾਂ ਕਵਲਾਂ ਦੇ ਉੱਪਰ ਮੈਂ ਆਪਣੇ ਮਨ ਨੂੰ ਮਿਲੰਦ ਹੁੰਦਾ ਭੌਰਾ, ਮਲਿੰਦ ਹੁੰਦਾ ਭੌਰਾ। ਜਿਵੇਂ ਕਵਲ ਉੱਪਰ ਭਵਰ ਬੈਠਦਾ ਹੈ ਨਾ, ਕਿਉਂਕਿ ਭਵਰ ਦੀ ਕਵਲ ਨਾਲ ਪ੍ਰੀਤ ਹੈ, ਤੇ ਉਹ ਭਵਰਾ ਕਵਲ ਦੇ ਫੁੱਲ 'ਤੇ ਜਾ ਕੇ ਬੈਠਦਾ। ਸੋ ਇਸ ਤਰ੍ਹਾਂ ਮੈਂ ਆਪਣੇ ਮਨ ਨੂੰ ਭਵਰ ਬਣਾ ਕੇ ਗੁਰਾਂ ਦੇ ਪਾਵਨ ਚਰਨਾਂ ਕਵਲਾਂ ਦੇ ਉੱਪਰ ਜਾ ਕੇ ਟਿਕ ਕੇ ਬੈਠ ਜਾਵਾਂ, ਅਥਵਾ ਸਤਿਗੁਰੂ ਜੀ ਕਿਰਪਾ ਕਰਨ ਤੇ ਗੁਰਾਂ ਦੇ ਚਰਨਾਂ ਕਵਲਾਂ ਦਾ ਮੇਰਾ ਮਨ ਭਵਰ ਬਣ ਜਾਵੇ, ਪ੍ਰੇਮੀ ਹੋ ਜਾਵੇ। ਗਿਆਨ ਮਕਰੰਦ ਹਿਤ ਬੰਦੋਂ ਹੱਥ ਬੰਦ ਮੈਂ। ਤੇ ਗਿਆਨ ਦੀ ਮਕਰੰਦ ਵਾਸਤੇ, ਮਕਰੰਦ ਜਿਹੜੀ ਸੁਗੰਧੀ ਹੁੰਦੀ ਹੈ, ਭਵਰ ਲੈਂਦਾ ਨਾ ਕਵਲ ਵਿੱਚੋਂ, ਇਸੇ ਤਰ੍ਹਾਂ ਕਹਿੰਦੇ ਜਿਹੜੀ ਗਿਆਨ ਰੂਪੀ ਸੁਗੰਧੀ ਹੈ ਨਾ, ਇਸ ਗਿਆਨ ਰੂਪੀ ਸੁਗੰਧੀ ਦੀ ਪ੍ਰਾਪਤੀ ਵਾਸਤੇ, ਗਿਆਨ ਰੂਪੀ ਮਕਰੰਦ ਰਸ ਧੂੜੀ ਦੀ ਪ੍ਰਾਪਤੀ ਵਾਸਤੇ ਮੈਂ ਆਪਣੇ ਮਨ ਨੂੰ ਭਵਰ ਬਣਾ ਕੇ ਗੁਰਾਂ ਦੇ ਚਰਨਾਂ ਕਵਲਾਂ ਦੇ ਉੱਪਰ ਲੁਭਾਏਮਾਨ ਹੋ ਕੇ ਬੰਦੋਂ ਹਾਥ ਮੰਦ ਮੈਂ, ਦੋਨੋਂ ਹੱਥ ਜੋੜ ਕੇ ਮੈਂ ਬੰਦਨਾ ਕਰਦਾ ਹਾਂ। ਸੋ ਇਹ ਦਸੋ ਹੀ ਪਾਤਸ਼ਾਹੀ, ਦਸੇ ਹੀ ਸਤਿਗੁਰੂ ਸਾਹਿਬ ਜੀਓ, ਮੇਰੇ ਤੇ ਕਿਰਪਾ ਕਰੋ ਤੇ ਮੇਰੇ ਮਨ ਨੂੰ ਭਵਰਵਤ ਬਣਾ ਕੇ ਆਪਣੇ ਚਰਨਾਂ ਦਾ ਪ੍ਰੇਮੀ ਬਣਾ ਕੇ ਗਿਆਨ ਦੀ ਮਕਰੰਦ ਰਸ ਧੂੜੀ ਦੇ ਨਾਲ ਨਿਵਾਜ ਦਿਓ, ਕਿਰਪਾ ਕਰ ਦਿਓ। ਦੋਹਰਾ ਸਾਰਦ ਬਾਰਦ ਭਾਰਦੀ। ਵੇਖੋ ਕਵੀ ਜੀ ਪੂਰਨ ਗੁਰਸਿੱਖ ਹਨ। ਇਹ ਉਪਰੋਕਤ ਪ੍ਰਥਮਲੇ ਮੰਗਲ ਤੋਂ ਪੂਰਨ ਸਿਧਾਂਤ ਸਿੱਧ ਹੈ, ਪਰ ਕਵੀ ਜੀ ਕਵੀ ਵੀ ਹਨ ਤੇ ਕਵੀ ਹੋਣੇ ਨਾਤੇ ਕਵ ਸੰਕੇਤ ਮਰਜ਼ਾਦਾ ਜਿਹੜੀ ਹੈ ਉਹ ਵੀ ਛੱਡੀ ਨਹੀਂ ਜਾ ਸਕਦੀ। ਯਦਿਅਪੀ ਇਸ਼ਟ ਪੂਰਨ ਗੁਰੂ ਨਾਨਕ ਦੇਵ ਜੀ ਕਲਗੀਆਂ ਵਾਲੇ ਪਾਤਸ਼ਾਹ ਹੀ ਹਨ। ਸਰਸਵਤੀ ਕਵੀ ਦੀ ਇਸ਼ਟ ਨਹੀਂ ਹੈ,
किंतु कवि होने नाते कविता की एक मर्यादा है, क्योंकि सरस्वती नूं कविता सुफुरनता देने वाली देवी मन्निया होया। इस वास्ते वो मर्यादा अनुसार मंगल करते हैं कवि जी कि सारद बारद भारदी नारद पारद कुंद। कि हे भाई जिहड़ी सरस्वती है ना वो इतनी उज्जवल स्वरूप वाली है, इतनी सौंदर्य स्वरूप वाली है कि सारद बारद सर्दी रुत दे जिहड़े सवेत चिट्टे रंग दे बदल हुंदे हन, फिर नारद नारद मुनि जी का भी रंग बड़ा सवेद चिट्टा है दुध वर्गा, तो फिर पारद पारा भी चिट्टे रंग का हुंदा निर्मल। इसी तरह फिर कुंद कुंद नाम मर्तवान दे फुल होंदे वो भी चिट्टे रंग दे होंदे। सो इत्याद सर्दी रुत दे बदल होण, भावें नारद होवे भावें पारा होवे ते भावें कुंद मर्तवान दे फुल होण, इन्हां सारियां दी शोभा नूं भार भा रद्दी रद्दी नाम रद्द कर देण वाली है। इन्हां सारियां दी शोभा सरस्वती दे सामने रद्दी भा नाम हो जाती। भा रद्दी भा नाम होण दा है, रद्दी नाम रद्द दा है। इन्हां सारियां दी शोभा रद्द हो जाती, फिक्की पै जाती सरस्वती दे सौंदर्य स्वरूप दे सामने। बरन सारदा सारदा पद अरविंदन बंद कहते बरन सारदा। जिहड़ी ये सरस्वती दे वर्ण हैं, वर्ण नाम अखर, क्योंकि सरस्वती विद्या नूं किया जाता है, तो विद्या के जिहड़े वर्ण हैं अखर हैं, ये सार दा सार नाम तत् दा हुंदा है। सार नाम ज्ञान तत्व ज्ञान नूं दात देण वाली है। सारदा जिहड़ी सरस्वती है। पद अरबिंदन बंद तिस दे पावन श्री चरना कवलां दे उपर कवि जी कहंदे मैं बंद बंदना करदा हाँ, नमस्कार करदा हाँ। सो इसे तरह ये मंगल नूं गुरबाणी दे मंगल दे रूप दे विच इस तरह दूती अर्थ विच वर्णन करते हैं कि सारद बारद भारदी नारद पारद कुंद। बाकी अर्थ ही रहना, सारदा तो नाम बाणी लै लेना। सारदा तो सरस्वती है, सारदा तो नाम लेना, क्योंकि सारद नाम हुंदा बाणी दा, ते बाणी तो अर्थ लेना गुरबाणी। जिहड़ी पावन गुरबाणी ऐसी श्वेत है, ऐसी उज्जवल है, ऐसी निर्मल है गुरु साहिबां दी गुरबाणी, जिहदे सामने कुंद मर्तवान दे फुल, पारद जिहड़ा पारा है, नारद सर्दी रुत दे बदल इत्यादि जितनियां भी संसार दे विच उज्जवल चिट्टियां वस्तुआं हन, वो सारियां दी शोभा रद्द हो जाती है गुरबाणी दे अगों, क्योंकि गुरबाणी सब तो उज्जवल है, सब तो निर्मल है, सब तो श्रेष्ठ है गुरबाणी। वरण सारदा सारद पद अरविंदन बंद। जिहड़ी ये गुरबाणी दे वर्ण हैं, गुरबाणी दे अखर हैं। सारद सार दा सार नाम तत्व ज्ञान नूं देण वाले। गुरबाणी आत्मा स्वरूप दा बोध करा देंदी है। जिहड़ा भी गुरबाणी नूं पढ़दा है प्रेम नाल, गुरबाणी नूं विचारदा है, गुरबाणी दे दिते उपदेश कहे मार्ग दे उपर अग्रसर हुंदा है, गुरबाणी उसनूं सार तत्व ज्ञान दे देंदी है। वो गल वखरी जिहड़ा ना प्रेम संयुगत पढ़े, ना गुरबाणी नूं सुने, ना विचारे, ना मन्ने, फिर उसनूं भाई किवें सार ज्ञान होवेगा, नहीं हो सकेगा। सो गुरबाणी उन्हों जिहड़ा गुरबाणी नूं
ਪੜ੍ਹਦਾ ਹੈ, ਸੁਣਦਾ ਹੈ, ਵਿਚਾਰਦਾ ਹੈ, ਮੰਨਦਾ ਹੈ, ਉਪਦੇਸ਼ ਨੂੰ ਕਮਾਉਂਦਾ ਹੈ। ਗੁਰਬਾਣੀ ਉਸ ਨੂੰ ਸਾਰਦਾ ਸ੍ਰੇਸ਼ਟ ਤਤਵ ਗਿਆਨ ਨੂੰ ਦੇ ਦਿੰਦੀ ਹੈ। ਐਸੀ ਪਾਵਨ ਗੁਰਬਾਣੀ ਦੇ ਜਿਹੜੇ ਪਦ ਅਰਵਿੰਦਨ ਚਰਨ ਕਵਲ ਹਨ, ਇਸ ਗੁਰਬਾਣੀ ਦੇ ਚਰਨਾਂ ਕਵਲਾਂ ਦੇ ਉੱਪਰ ਕਵੀ ਜੀ ਕਹਿੰਦੇ ਮੈਂ ਬੰਦਨਾ ਕਰਦਾ ਹਾਂ, ਨਮਸਕਾਰ ਕਰਦਾ ਹਾਂ। ਐਸੀ ਸਰਸਵਤੀ ਦੇ ਚਰਨਾਂ 'ਤੇ ਐਸੀ ਸਰਸਵਤੀ ਭਾਵ ਗੁਰਬਾਣੀ ਦੇ ਚਰਨਾਂ 'ਤੇ ਮੇਰੀ ਨਮਸਕਾਰ ਹੈ। ਉਚਰੋਂ ਰੁੱਤ ਅਬ ਦੂਸਰੀ। ਕਵੀ ਜੀ ਕਥਨ ਕਰਦੇ ਕਹਿੰਦੇ ਹੁਣ ਦੂਸਰੀ ਰੁੱਤ ਜਿਹੜੀ ਹੈ ਇਹ ਭਾਈ ਵਰਣਨ ਕਰਾਂਗੇ। ਗੁਰ ਕੀ ਕਥਾ ਰਸਾਲ, ਜਿਹਦੇ ਵਿੱਚ ਸਤਿਗੁਰਾਂ ਦੀ ਬੜੀ ਹੀ ਰਸਾਲ ਨਾਮ ਰਸਦਾਇਕ ਬੜੀ ਸੁੰਦਰ ਜਿਹੜੀ ਕਥਾ ਹੈ ਗੁਰੂ ਸਾਹਿਬਾਂ ਦਾ ਇਤਿਹਾਸ ਉਹ ਵਰਣਨ ਕਰਾਂਗੇ। ਸੁਣਿਆ ਹੈ ਸਰੋਤਾ ਪ੍ਰੀਤ ਧਰ, ਇਹ ਸਰੋਤੇ ਗਣੋ ਮਨ ਵਿੱਚ ਪ੍ਰੇਮ ਧਾਰਨ ਕਰਕੇ ਸੁਣੋ ਬਿਨਾਂ ਕੁਤਰਕ ਤੋਂ। ਜੇ ਕਦੇ ਮਨ ਵਿੱਚ ਤਰਕ ਪੈਦਾ ਹੋ ਵੀ ਜਾਵੇ ਤਾਂ ਤਰਕ ਨੂੰ ਨਿਵਰਤ ਕਰਨ ਵਾਸਤੇ ਇਤਿਹਾਸ ਨੂੰ ਲੜੀਵਾਰ ਸੁਣਦੇ ਜਾਣਾ। ਗੁਰੂ ਸਾਹਿਬ ਜੀ ਦਾ ਇਤਿਹਾਸ ਸਾਰਾ ਹੌਲੀ ਹੌਲੀ ਆਪ ਹੀ ਤਰਕਾਂ ਮੇਟਦਾ ਜਾਂਦਾ ਹੈ, ਪਰ ਤਰਕ ਇਸ ਤਰੀਕੇ ਨਾਲ ਨਹੀਂ ਕਰਨੀ ਕਿ ਮੰਨਣਾ ਹੀ ਨਹੀਂ। ਹਾਂ, ਜੇ ਸੁਣਦਿਆਂ ਕਿਤੇ ਮਨ ਵਿੱਚ ਤਰਕ ਉਤਪੰਨ ਹੋ ਜਾਵੇ ਤਾਂ ਉਹ ਤਰਕ ਦੀ ਨਿਵਰਤੀ ਵਾਸਤੇ ਇਤਿਹਾਸ ਦੀ ਲੜੀਵਾਰ ਕਥਾ ਸੁਣਦੇ ਜਾਣਾ, ਅਥਵਾ ਉਸ ਤਰਕ ਦੀ ਨਿਵਰਤੀ ਵਾਸਤੇ ਗੁਰਬਾਣੀ ਨੂੰ ਪੜ੍ਹਨਾ ਵਿਚਾਰਨਾ। ਉਹ ਤਰਕ ਨਿਵਰਤ ਹੋ ਜਾਵੇਗੀ, ਪਰ ਤਰਕ ਕਰਕੇ ਨਹੀਂ ਸੁਣਨੀ ਇਤਿਹਾਸ ਦੀ ਕਥਾ। ਹਾਂ, ਜੇ ਸੁਣਦਿਆਂ ਕਿਤੇ ਸਵਾਲ, ਕਿਉਂਕਿ ਕੋਈ ਨਾ ਕੋਈ ਸਵਾਲ ਮਨ ਵਿੱਚ ਆ ਹੀ ਜਾਂਦਾ ਹੈ। ਮਨ ਇਹ ਗਿਆਨ ਦਾ ਭੁੱਖਾ ਹੈ, ਹਰ ਸਮੇਂ ਇਹਨੂੰ ਭੁੱਖ ਲੱਗੀ ਰਹਿੰਦੀ ਹੈ। ਉਹ ਗੱਲ ਵੱਖਰੀ ਹੈ ਕਿ ਅਗਿਆਨਤਾ ਕਾਰਨ ਜੀਵ ਨੂੰ ਇਸ ਗੱਲ ਦਾ ਬੋਧ ਨਹੀਂ ਹੈ। ਨਾ ਹੋਣੇ ਕਰਕੇ ਭੁੱਖ ਦੀ ਨਿਵਰਤੀ ਵਾਸਤੇ ਮਿਥਿਆ ਪਦਾਰਥ ਇਸ ਨੂੰ ਦਿੰਦਾ ਹੈ, ਇਹ ਰੱਜ ਜਾਵੇਗਾ। ਪਰ ਜਿਹੜਾ ਜਿਸ ਦਾ ਖਾਜ ਹੋਵੇ ਉਸੇ ਨਾਲ ਹੀ ਉਹ ਰੱਜਦਾ, ਦੂਜੀ ਵਸਤੂ ਨਾਲ ਉਹ ਰੱਜਦਾ ਕੋਈ ਨਹੀਂ। ਕਹਿੰਦੇ ਚੌਣੇ ਸੋਏ ਨਾ ਪਾਈਐ, ਚੁਣ ਚੁਣ ਖਾਵੈ ਘਾਸ। ਪਸ਼ੂ ਨੇ ਘਾਹ ਖਾਣਾ, ਸੋਨਾ ਰੱਖ ਦਿਓ ਨਹੀਂ ਖਾਵੇਗਾ, ਉਹਨੇ ਘਾਹ ਹੀ ਖਾਣਾ। ਮਨੁੱਖ ਨੇ ਭੋਜਨ ਖਾਣਾ ਹੈ ਤਾਂ ਭੋਜਨ ਨਾਲ ਹੀ ਤਨ ਦੀ ਤ੍ਰਿਪਤੀ ਹੁੰਦੀ ਹੈ, ਤਨ ਰੱਜਦਾ ਹੈ। ਮਨ ਦੀ ਭੁੱਖ ਹੈ ਗਿਆਨ, ਮਿਥਿਆ ਪਦਾਰਥਾਂ ਨਾਲ ਇਹ ਰੱਜਦਾ ਨਹੀਂ। ਫਿਰ ਮਿਥਿਆ ਗਿਆਨ ਨਾਲ ਵੀ ਇਹਦੀ ਤ੍ਰਿਪਤੀ ਕੋਈ ਨਹੀਂ ਹੁੰਦੀ, ਝੂਠੇ ਗਿਆਨ ਨਾਲ ਵੀ ਇਹ ਰੱਜਦਾ ਨਹੀਂ। ਜਦੋਂ ਸੱਚਾ ਗਿਆਨ ਇਸ ਨੂੰ ਹਾਸਲ ਹੋ ਜਾਵੇ ਫਿਰ ਤ੍ਰਿਪਤੀ ਹੋ ਜਾਂਦੀ, ਫਿਰ ਮਨ ਰੱਜ ਜਾਂਦਾ ਹੈ। ਤੇ ਉਹ ਸੱਚਾ ਗਿਆਨ ਜਿਹੜਾ ਹੈ ਉਹ ਗੁਰੂ ਸਾਹਿਬਾਂ ਦੀ ਸੰਗਤ ਵਿੱਚ ਆ ਕੇ ਪ੍ਰਾਪਤ ਹੁੰਦਾ ਹੈ। ਤੇ ਸੱਚੇ ਗਿਆਨ ਦੀ ਪ੍ਰਾਪਤੀ ਵਾਸਤੇ ਗੁਰਬਾਣੀ ਤੇ ਗੁਰ ਇਤਿਹਾਸ ਨੂੰ ਸ਼ਰਵਣ ਕਰਨਾ ਬਹੁਤ ਲਾਜ਼ਮੀ। ਤੇ ਸੁਣਦਿਆਂ ਹੋਇਆਂ ਜੇ ਕਦੇ ਮਨ ਵਿੱਚ ਤਰਕ ਪੈਦਾ ਹੋ ਜਾਵੇ, ਕਿਉਂਕਿ ਤਰਕ ਗਿਆਨ ਦੀ ਪ੍ਰਾਪਤੀ ਦਾ ਹੀ ਮੂਲ ਹੈ, ਪਰ ਤਰਕ ਹੁਜਤ ਰੂਪ ਵਿੱਚ ਨਾ ਹੋਵੇ। ਹੁਜਤ ਰੂਪ ਵਿੱਚ ਤਰਕ ਜੀਵ ਨੂੰ ਕੱਟ ਦਿੰਦੀ ਹੈ ਗੁਰੂ ਨਾਲੋਂ, ਪਰ ਗਿਆਨ ਪ੍ਰਾਪਤੀ ਦੇ ਵਾਸਤੇ ਕੀਤੀ ਹੋਈ ਤਰਕ ਸਰੂਪ ਦਾ ਬੋਧ ਕਰਵਾ ਦਿੰਦੀ ਹੈ, ਸਰੂਪ ਦਾ ਗਿਆਨ ਹਾਸਲ ਕਰਵਾ ਦਿੰਦੀ ਹੈ। ਸੋ ਇਹ ਜਿਹੜਾ ਗੁਰ ਇਤਿਹਾਸ ਕਵੀ ਜੀ ਕਹਿੰਦੇ ਹੁਣ ਦੂਸਰੀ ਰੁੱਤ ਪ੍ਰਾਰੰਭ ਕਰਨ ਜਾ ਰਹੇ ਹਾਂ। ਸੁਣੀਐ ਹੈ ਸਰੋਤਾ ਪ੍ਰੀਤ ਧਰ, ਮਨ ਵਿੱਚ ਪ੍ਰੇਮ ਧਾਰਨ ਕਰਕੇ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਦੇ ਨਾਲ ਗੁਰ ਇਤਿਹਾਸ ਨੂੰ ਸੁਣੋ। ਹੋਏ ਸ਼ਰਧਾਲ ਵਿਸਾਲ, ਸ਼ਰਧਾਲੂ ਬਣ ਕੇ ਸੁਣੋ, ਅਥਵਾ ਸੁਣੋ ਪ੍ਰੀਤ ਸੰਯੁਗਤ।
ਤੇ ਸੁਣਦਿਆਂ ਸੁਣਦਿਆਂ ਸ਼ਰਧਾ ਬਣ ਜਾਵੇਗੀ ਜੀ। ਮਨ ਸ਼ਰਧਾ ਵੱਲੋਂ ਰਿਕਤ ਵੀ ਹੈ ਨਾ, ਮਨ ਸ਼ਰਧਾ ਵੱਲੋਂ ਖਾਲੀ ਵੀ ਹੈ, ਫਿਰ ਵੀ ਗੁਰ ਇਤਿਹਾਸ ਨੂੰ ਸੁਣੋ ਤੇ ਲੜੀਵਾਰ ਸੁਣੋ। ਸੁਣਦਿਆਂ ਸੁਣਦਿਆਂ ਮਨ ਵਿੱਚ ਸ਼ਰਧਾ ਪੈਦਾ ਹੋ ਜਾਵੇਗੀ। ਤੇ ਸ਼ਰਧਾ ਗੁਰੂ ਪਿਆਰਿਓ ਸਿੱਖੀ ਦਾ ਮੂਲ ਹੈ, ਬੀਜ ਹੈ। ਜਿੱਥੇ ਸ਼ਰਧਾ ਨਹੀਂ ਹੈ ਨਾ, ਤੇ ਗੁਰਸਿੱਖੀ ਦਾ ਦਾਅਵਾ ਕਰੇ ਅਸੀਂ ਬੜੇ ਗੁਰਸਿੱਖ ਹੁੰਦੇ ਹਾਂ, ਤੇ ਸ਼ਰਧਾ ਮੂਲੋਂ ਹੀ ਨਹੀਂ ਉਹਦੇ ਮਨ ਵਿੱਚ, ਤੇ ਉਹ ਮਿਥਿਆ ਬੋਲ ਰਿਹਾ ਹੈ, ਝੂਠ ਬੋਲ ਰਿਹਾ। ਮੋਢੀ ਨਹੀਂ ਹੈ, ਦਰਖਤ ਆਖੇ ਮੇਰਾ ਫਲਿਆ ਫੁੱਲਿਆ ਹੈ, ਕਿਵੇਂ ਸੰਭਵ ਹੋ ਸਕਦਾ ਹੈ। ਸੋ ਸ਼ਰਧਾ ਗੁਰਸਿੱਖੀ ਰੂਪੀ ਬ੍ਰਿਖਸ਼ ਦਾ ਮੂਲ ਹੈ, ਮੁੱਢ ਹੈ। ਸ਼ਰਧਾ ਦਾ ਹੋਣਾ ਲਾਜ਼ਮੀ ਹੈ। ਤੇ ਗੁਰ ਇਤਿਹਾਸ ਦੀ ਕਥਾ ਕਵੀ ਜੀ ਕਹਿੰਦੇ ਭਾਈ ਨੇਮ ਨਾਲ ਤੇ ਪ੍ਰੇਮ ਨਾਲ ਸਰਵਣ ਕਰਦੇ ਜਾਓ। ਗੁਰ ਇਤਿਹਾਸ ਦੀ ਕਥਾ ਸੁਣਦਿਆਂ ਸੁਣਦਿਆਂ ਮਨ ਵਿੱਚ ਗੁਰਸਿੱਖੀ ਦਾ ਮੂਲ ਸ਼ਰਧਾ ਜਿਹੜੀ ਹੈ ਇਹ ਬਣ ਜਾਵੇਗੀ। ਤੇ ਸ਼ਰਧਾ ਤੋਂ ਗੁਰਸਿੱਖੀ ਦਾ ਬ੍ਰਿਖਸ਼ ਪੈਦਾ ਹੋ ਜਾਵੇਗਾ, ਜਿਸ ਨੂੰ ਫਿਰ ਸ਼ੁਭ ਗੁਣਾ ਰੂਪੀ ਫਲ ਸ਼ੁਭ ਗੁਣਾ ਰੂਪੀ ਫੁੱਲ ਅਤੇ ਫਿਰ ਗਿਆਨ ਰੂਪੀ ਫਲ ਤੇ ਆਤਮਿਕ ਆਨੰਦ ਰੂਪੀ ਰਸ ਹਾਸਲ ਹੋ ਜਾਵੇਗਾ, ਜਿਸ ਕਰਕੇ ਸਹਿਜ ਇਹ ਲੋਕ ਸੁਖੀਆ ਹੋਵੇਗਾ ਤੇ ਸੁਤੇ ਪ੍ਰਲੋਕ ਸੁਹੇਲਾ ਵੀ ਹੋ ਜਾਵੇਗਾ। ਸੋ ਸੰਤ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ। ਤੋ ਸ਼ੁਭ ਦੀ ਦਾਸਾਂ ਦੀ ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ, ਸਾਧ ਸੰਗਤ ਬਖਸ਼ਣ ਜੋ ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੇਸ਼ਟ ਮੱਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ ਪ੍ਰਲੋਕ ਸੁਹੇਲੇ ਕਰਨ। ਉਚਰੋਂ ਰੋਤਾ ਅਬ ਦੂਸਰੀ ਗੁਰ ਕੀ ਕਥਾ ਰਸਾਲ। ਸੁਣਿਐ ਹੈ ਸ਼ਰੋਤਾ ਪ੍ਰੀਤ ਧਰ ਹੋਏ ਸ਼ਰਧਾਲ ਵਿਸਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।